ਅੱਜ ਦਿੱਲੀ ਪੁਲਿਸ ਕੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਰਸ ਸਦਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਸਦਕੇ ਔਰ ਹਜ਼ਾਰਾਂ ਲੱਖਾਂ ਉਹਨਾਂ ਮਾਵਾਂ ਭੈਣਾਂ ਦੇ ਆਸ਼ੀਰਵਾਦ ਸਦਕੇ ਜਿਹੜੀਆਂ ਘਰਾਂ 'ਚ ਬੈਠ ਕੇ ਅਰਦਾਸਾਂ ਕਰਦੀਆਂ ਨੇ ਕਿ ਕਿਸਾਨੀ ਸੰਘਰਸ਼ ਜਿਹੜਾ ਹੈ ਉਹਦੇ ਅੰਦਰ ਜਿਹੜੇ ਨੌਜਵਾਨਾਂ ਤੇ ਤਸ਼ੱਦਦ ਢਾਈ ਗਈ, ਉਹਨਾਂ ਦੀ ਚੜ੍ਹਦੀ ਕਲਾ ਹੋਵੇ, ਉਹਨਾਂ ਦੇ ਗੁਰੂ ਅੰਗ ਸੰਗ ਸਹਾਈ ਹੋਵੇ। ਅੱਜ ਦੁਪਹਿਰੇ ਲੱਖਾ ਸਡਾਣਾ ਜੀ ਜੋ ਸਾਡੇ ਨਾਲ ਨੇ, ਇਹ ਅੱਜ ਜੋ ਕਿ ਦੋਵਾਂ ਕੇਸਾਂ 'ਚ ਜ਼ਮਾਨਤ ਹੋਈ ਸੀ, ਗੁਰੂ ਸਾਹਿਬ ਦੀ ਤਰਸ ਸਦਕੇ, ਕਿਰਪਾ ਸਦਕੇ ਅੱਜ ਇਨਵੈਸਟੀਗੇਸ਼ਨ ਵੀ ਜੁਆਇਨ ਕੀਤੀ ਔਰ ਹੁਣ ਸਾਡੇ ਵਿੱਚ ਨੇ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਜੇ, ਬੜੇ ਲੰਬੇ ਸਮੇਂ ਤੋਂ ਜਿਹੜੇ ਸੰਘਰਸ਼ ਜੁੜੇ ਲੋਕ ਸੀਗੇ ਉਹਨਾਂ ਨੂੰ ਸਰਕਾਰ ਨੇ ਦਬਾਉਣ ਦੀ ਕੋਸ਼ਿਸ਼ਾਂ ਕੀਤੀਆਂ। ਭਾਵੇਂ ਮੁਕੱਦਮੇ ਦਰਜ ਹੋਏ, ਭਾਵੇਂ ਪੁਲਿਸ ਪਿੱਛੇ ਪਿੱਛੇ ਸੀ, ਪਰ ਨੌਜਵਾਨ ਇਹੋ ਜਿਹੇ ਸੀ ਜਿਹੜੇ ਲੜਾਈ ਲੜਦੇ ਰਹੇ। ਔਰ ਲੱਖਾ ਸਡਾਣਾ ਜੀ ਉਸ ਲੜਾਈ ਦੇ ਅੰਦਰ ਭਾਵੇਂ ਰੂਹ ਪੋਸ਼ ਸੀ, ਫਿਰ ਵੀ ਕਿਸੇ ਨਾ ਕਿਸੇ ਤਰੀਕੇ ਲੋਕਾਂ ਨੂੰ ਮੋਬਿਲਾਈਜ਼ ਕਰਦੇ ਰਹੇ, ਲੜਾਈ ਲੜਦੇ ਰਹੇ। ਸੋ ਮੈਂ ਅੱਜ ਜਿੱਥੇ ਸਾਰਿਆਂ ਦਾ ਪਠਾਨਕੋਟ ਸ਼ੁਕਰਾਨਾ ਕਰਦਾ, ਹੱਥ ਬੰਨ੍ਹ ਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਮੁਹਿੰਮ 'ਚ ਸਾਡਾ ਸਾਥ ਦਿੱਤਾ। ਖਾਸ ਤੌਰ ਤੇ ਸਾਡੇ ਵਿੱਚ ਉਹਨਾਂ ਦੇ ਐਡਵੋਕੇਟ ਸਰਦਾਰ APS ਮੰਡੇਰ ਸਾਹਿਬ ਨੇ, ਜਿਹੜੇ ਬਹੁਤ ਲੰਬੇ ਸਮੇਂ ਤੋਂ ਨਾਲ ਵੀ ਨੇ ਔਰ ਇਸ ਕੇਸ ਅੰਦਰ ਹਰ ਪਲ ਪਲ ਦੇ ਜਾਣਕਾਰੀ ਲੈ ਕੇ ਆਉਣੀ। ਸਰਦਾਰ ਵਰਿੰਦਰ ਸਿੰਘ ਜੀ ਸੰਧੂ ਸਾਹਿਬ, ਜਿਹੜੇ ਸਾਡੇ ਲੀਗਲ ਦੇ ਅੰਦਰ ਇਹਨਾਂ ਕੇਸਾਂ 'ਚ ਪਿਛਲੇ 4 ਮਹੀਨੇ ਤੋਂ ਲਗਾਤਾਰ ਜ਼ਮਾਨਤ ਕਰਾਉਣ ਅੰਦਰ। ਸਰਦਾਰ ਜਸਪ੍ਰੀਤ ਸਿੰਘ ਜੀ ਰਾਏ ਸਾਹਿਬ, ਸਰਦਾਰ ਜਸਦੀਪ ਸਿੰਘ ਜੀ ਢਿੱਲੋਂ ਸਾਹਿਬ, ਸਾਡੇ ਦੋ ਇੱਥੇ ਨਾਲ ਐਡਵੋਕੇਟ ਸਾਹਿਬ ਆਏ ਰਾਣੀਆਂ ਤੋਂ, ਸ੍ਰੀ ਸਰਦਾਰ ਹਾਕਮ ਸਿੰਘ ਜੀ, ਇਹ ਵੀ ਤੁਸੀਂ ਦੇਖਦੇ ਰਹਿੰਦੇ ਜੀ ਹਮੇਸ਼ਾ ਟੀਵੀਆਂ ਦੇ ਉੱਤੇ। ਤੇ ਸਾਰੀ ਲੀਗਲ ਦੀ ਟੀਮ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਰੇ ਸਾਡੇ ਮੈਂਬਰ ਸਾਹਿਬਾਨ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਜੀ ਕਾਲਕਾ, ਸਾਰੇ ਹੀ ਆਪਣੇ ਆਪਣੇ ਤਰੀਕੇ ਨਾਲ ਇਸ ਕੰਮ 'ਚ ਲੱਗੇ ਰਹੇ। ਸੋ ਮੈਂ ਸਾਰੇ ਲੀਗਲ ਟੀਮ ਦਾ ਪਠਾਨਕੋਟ ਧੰਨਵਾਦ ਕਰਦਾ। ਜਿਹੜੇ ਇੱਥੇ ਨਹੀਂ ਵੀ ਹੈਗੇ, ਮੈਂ ਉਹਨਾਂ ਦਾ ਵੀ, ਚਾਹਰ ਸਾਹਿਬ ਦਾ ਖਾਸ ਤੌਰ ਤੇ ਔਰ ਰਮੇਸ਼ ਗੁਪਤਾ ਜੀ ਦਾ, ਜਿਨ੍ਹਾਂ ਨੇ ਬਹੁਤ ਆਪਣੀ ਮਿਹਨਤ ਕੀਤੀ ਇਹਨਾਂ ਸਾਰੇ ਕੰਮਾਂ ਦੇ ਅੰਦਰ। ਕੋਹਲੀ ਬ੍ਰਦਰਸ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ। ਤੇ ਮੈਂ ਹੁਣ ਜ਼ਰੂਰ ਕਹੂੰਗਾ ਕਿ ਲੱਖਾ ਸਡਾਣਾ ਜੀ, ਜਿਹੜੇ ਕਿ ਲੱਖਾਂ ਲੋਕਾਂ ਨੂੰ ਸੁਣ ਰਹੇ ਆ, ਦੇਖਦੇ ਨੇ ਔਰ ਜ਼ਰੂਰ ਚਾਹੁੰਦੇ ਨੇ ਕਿ ਉਹ ਵੀ ਆਪਣੀ ਪ੍ਰਤੀਕਿਰਿਆ ਦੇਣ। ਔਰ ਜਿਸ ਤਰ੍ਹਾਂ ਦੇ ਲੰਬੇ ਸਮੇਂ ਤੋਂ ਬਾਅਦ, ਮੈਨੂੰ ਲੱਗਦਾ 26 ਤਰੀਕ ਤੋਂ ਬਾਅਦ ਅੱਜ ਹੀ ਦਿੱਲੀ ਆਏ ਹੋਗੇ। ਹਾਂ, ਬੇਦਿਲ ਲੋਕ ਛਿਪ ਕੇ ਆਉਂਦੇ ਰਹੇ ਆ। ਲੋਕ ਛਿਪ ਕੇ ਆਉਂਦੇ ਰਹੇ ਆ, ਮਤਲਬ ਉਹ ਟਾਈਮ ਇਹੋ ਜਿਹਾ ਸੀਗਾ ਵੀ ਆਉਂਦੇ ਸੀ ਤੇ ਪਰ ਦੱਸਦੇ ਨਹੀਂ ਸੀ। ਪਰ ਅੱਜ ਚਲੋ ਗੁਰੂ ਸਾਹਿਬ ਨੇ ਵੇਖੋ ਕਿਰਪਾ ਕੀਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਨੇ ਅੱਜ ਸਾਹਮਣੇ ਖਲੋਤੇ ਆ ਤੇ ਉਹੀ ਪੁਲਿਸ ਆਸੇ ਪਾਸੇ ਖਲੋਤੀ ਆ ਜਿਹੜੀ ਪਹਿਲਾਂ ਲੱਭਣ ਨੂੰ ਫਿਰਦੀ ਹੁੰਦੀ ਸੀ। ਸੋ ਮੈਂ ਜ਼ਰੂਰ ਚਾਹੂੰਗਾ ਕਿ ਇਹ ਵੀ ਆਪਣੇ ਮਨ ਦੇ ਵਲਵਲੇ ਨੇ, ਗੱਲਬਾਤ ਕਰਨੀ ਹੈ, ਇਹ ਵੀ ਜ਼ਰੂਰ ਤੁਹਾਡੇ ਨਾਲ ਗੱਲਬਾਤ ਕਰਨਗੇ। ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਸੰਗਤ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਮੈਨੂੰ ਲੱਗਦਾ ਕਿ ਪਹਿਲੀ ਵਾਰੀ ਹੈ ਇਹ 26 ਤੋਂ ਬਾਅਦ, 25 ਤੋਂ ਬਾਅਦ ਕਿ ਆਪਾਂ ਸਿੱਧੇ ਰੂਬਰੂ ਹੋਏ ਆ। ਵੈਸੇ ਵੀਡੀਓ ਪਾ ਕੇ ਰੂਬਰੂ ਹੁੰਦੇ ਰਹੇ ਆ, ਪਰ ਆਪਾਂ ਸਿੱਧੇ ਜੁੜੇ ਆ ਅੱਜ। ਤੇ ਇੱਕ ਮੁਕੱਦਮੇ ਦੇ ਵਿੱਚ ਮੈਨੂੰ ਸ਼ਾਮਲ ਤਫਤੀਸ਼ ਹੋਣ ਲਈ ਕਿਹਾ ਗਿਆ ਸੀਗਾ, ਉਹਦੇ 'ਚ ਅੱਜ ਮੇਰੀ ਜਿਹੜੀ ਪੁੱਛ ਪੜਤਾਲ ਹੋਈ ਹੈ। ਇੱਕ ਮੁਕੱਦਮੇ ਦੀ ਤਰੀਕ ਜਿਹੜੀ ਉਹ 3 ਤਰੀਕ ਲੱਗੀ ਹੋਈ ਆ। ਤਾਂ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਉਹਨਾਂ ਮੇਰੀਆਂ ਪੰਜਾਬ ਦੀਆਂ ਹਜ਼ਾਰਾਂ ਲੱਖਾਂ ਮਾਵਾਂ ਭੈਣਾਂ ਦਾ, ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਦਿੱਤਾ। ਇੱਥੋਂ ਤੱਕ ਕਿ ਜਦੋਂ ਮੈਂ ਪੰਜਾਬ ਦੇ ਪਿੰਡਾਂ 'ਚ ਬੋਲਣ ਜਾਂਦਾ ਸੀ ਤਾਂ ਕਈ ਮਾਵਾਂ ਇਹ ਕਹਿੰਦੀਆਂ ਸੀ ਕਿ ਪੁੱਤ ਦੇਸੀ ਘਿਓ ਇਕੱਠਾ ਕਰੀ ਜਾਂਦੀਆਂ, ਜਿੱਦੇ ਤੂੰ ਫਾਰਗ ਹੋ ਕੇ ਆਇਆ ਦਿੱਲੀੋਂ ਕੇਸਾਂ 'ਚੋਂ ਪ੍ਰਸ਼ਾਦ ਬਣਾ ਕੇ ਸਾਰੇ ਪਿੰਡ 'ਚ ਵੰਡਾਂਗੇ। ਜਾਂ ਕਈ ਮਾਵਾਂ ਭੈਣਾਂ ਇਹੋ ਜਿਹੀਆਂ ਵੀ ਸੀ ਜਿਹੜੀਆਂ ਕਹਿੰਦੀਆਂ ਅਸੀਂ ਤੇਰੇ ਲਈ ਅਰਦਾਸ ਕਰਦੀਆਂ, ਗੁਰੂ ਘਰ ਜਾਂਦੀਆਂ, ਅਖੰਡ ਪਾਠ ਵੀ ਕਈਆਂ ਨੇ ਸੁੱਖਿਆ ਹੋਇਆ ਸੀ। ਮੈਂ ਸਮਝਦਾ ਕਿ ਇਹ ਉਹਨਾਂ ਦੀਆਂ ਦੁਆਵਾਂ ਸਦਕੇ ਨੇ। ਜਾਂ ਹਜ਼ਾਰਾਂ ਉਹ ਨੌਜਵਾਨ ਜਿਹੜੇ ਹਮੇਸ਼ਾ ਮਾੜੇ ਵਕਤ ਵੀ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਕੇ, ਚਾਹੇ ਕਿਤੇ ਰੈਲੀ ਲਈ ਸੱਦੇ, ਚਾਹੇ ਕਿਤੇ ਹੋਰ ਕੰਮ ਲਈ ਸੱਦੇ, ਪਰ ਉਹ ਖੜਦੇ ਰਹੇ। ਉਹਨਾਂ ਬਜ਼ੁਰਗਾਂ ਦਾ ਆਸ਼ੀਰਵਾਦ ਹਮੇਸ਼ਾ ਸਿਰ ਤੇ ਰਿਹਾ, ਹੱਥ ਰਿਹਾ, ਜਿਨ੍ਹਾਂ ਨੇ ਇਹ ਵੀ ਕਿਹਾ ਜਦੋਂ ਇੱਕ ਇਹੋ ਜਿਹਾ ਵਕਤ ਆਇਆ ਸ਼ਾਜਲੀ ਥਾਣੇ ਅੱਗੇ, ਜਦੋਂ ਸੰਗਰੂਰ ਜ਼ਿਲ੍ਹੇ 'ਚ ਆਏ ਆ ਤਾਂ ਪੁਲਿਸ ਨੇ ਘੇਰਾ ਪਾ ਲਿਆ ਸੀਗਾ ਤੇ ਬਜ਼ੁਰਗ ਅੱਗੇ ਹੋ ਗਏ ਸੀ। ਤਾਂ ਸ਼ਾਜਲੀ ਥਾਣੇ ਮੂਹਰੇ ਧਰਨਾ ਲੱਗਿਆ ਹੋਇਆ ਸੀ। ਇੱਕ ਬਜ਼ੁਰਗ ਆਉਂਦਾ ਤੇ ਮੈਂ ਥਾਣੇ ਮੂਹਰੇ ਚਲਿਆ ਜਾਂਦਾ ਤੇ ਇੱਕ ਬਜ਼ੁਰਗ ਕਹਿੰਦਾ ਆ ਗਿਆ, ਫੜ ਕੇ ਦਿਖਾਓ। ਸੋ ਇਹ ਸੀ ਹੌਸਲਾ ਜਿਹਦਾ ਸਦਕਾ ਮੈਂ ਹੁਣ ਤੱਕ ਰੂਹ ਪੋਸ਼ ਹੋ ਕੇ, ਲੱਖ ਰੁਪਏ ਦਾ ਨਾਮ ਵੀ ਸਿਰ ਤੇ ਸੀਗਾ, ਪਰ ਮੈਂ ਪੰਜਾਬ 'ਚ ਅੰਦੋਲਨ ਲਈ ਘੋਲ ਲਈ ਵਿਚਰਦਾ ਰਿਹਾ।
ਸੋ ਉਹਨਾਂ ਦਾ ਸਾਰਿਆਂ ਦਾ ਬਹੁਤ ਤਹਿ ਦਿਲੋਂ ਮੈਂ ਸ਼ੁਕਰਗੁਜ਼ਾਰ ਹਾਂ, ਧੰਨਵਾਦੀ ਹਾਂ। ਅਗਲਾ ਧੰਨਵਾਦ ਮੈਂ ਕਰਦਾ ਜਿੰਨੀ ਵੀ ਵਕੀਲ ਭਰਾਵਾਂ ਦੀ ਟੀਮ ਆ, ਜਿਨ੍ਹਾਂ ਨੇ ਜਦੋਂ 26 ਨੂੰ ਇਹ ਸਾਰੀ ਘਟਨਾ ਵਾਪਰਦੀ ਆ, ਪੁਲਿਸ ਤਸ਼ੱਦਦ ਢਾਉਂਦੀ ਆ, ਸਾਡੇ ਮੁੰਡਿਆਂ ਨੂੰ ਕੁੱਟਿਆ ਜਾਂਦਾ, ਜੇਲ੍ਹਾਂ 'ਚ ਤੁੰਨਿਆ ਜਾਂਦਾ, ਤਾਂ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਘੱਟੋ ਘੱਟ 200-250 ਵਕੀਲ ਇਕੱਠੇ ਹੁੰਦੇ ਆ ਤੇ ਉਦੋਂ ਬਾਅਦ ਉਹ ਫੈਸਲਾ ਲੈਂਦੇ ਆ ਕਿ ਕੋਈ ਕਿਸੇ ਤੋਂ ਪੈਸਾ ਨਹੀਂ ਲੈਣਾ, ਆਪਦੀ ਜੇਬ 'ਚੋਂ ਪੈਸੇ ਲਾਵਾਂਗੇ ਜਿਹੜੇ ਮਾੜੇ ਮੋਟੇ ਕਾਗਜ਼ਾਂ ਪੱਤਰਾਂ ਦੇ ਲੱਗਣਗੇ। ਤਾਂ ਉਹਨਾਂ ਨੇ ਇਹ ਸਾਰੀ ਸੇਵਾ ਕੀਤੀ। ਆ ਮੇਰੇ ਨਾਲ ਸਾਰੀ ਟੀਮ ਖੜੀ ਹੈ। ਇਧਰ ਮੇਰੇ ਨਾਲ ਬਾਈ ਖੜੇ ਨੇ ਅਜੀਤਪਾਲ ਮੰਡੇਰ ਜੀ, ਜੋ ਭਾਈ ਰੂਪੇ ਤੋਂ ਨੇ। ਇਹਨਾਂ ਨੇ ਲਗਾਤਾਰ ਥੱਲੋਂ ਮੇਰੇ ਨਾਲ ਲਗਾਤਾਰ ਰਾਬਤੇ 'ਚ ਰਹੇ, ਕਾਗਜ਼ ਪੱਤਰ ਤਿਆਰ ਕਰਦੇ ਰਹੇ। ਉਸ ਤੋਂ ਬਾਅਦ ਜਿਹੜੇ ਸੀਨੀਅਰ ਐਡਵੋਕੇਟ ਨੇ ਰਮੇਸ਼ ਗੁਪਤਾ ਜੀ, ਚੇਅਰਮੈਨ ਨੇ ਜਿਹੜੇ ਵਾਰ ਕਾਉਂਸਲ ਦੇ, ਰਕੇਸ਼ ਚਾਹਰ ਜੀ ਸੈਕਟਰੀ ਨੇ ਜਿਹੜੇ ਵਾਰ ਰੋਹਿਣੀ ਦੇ, ਜਸਪ੍ਰੀਤ ਰਾਏ ਜੀ ਖੜੇ ਨੇ ਬਾਈ, ਵੀਰ ਸੰਧੂ ਜੀ ਖੜੇ ਨੇ, ਜਸਦੀਪ ਢਿੱਲੋਂ ਜੀ ਖੜੇ ਨੇ, ਰਵਿੰਦਰ ਕੌਰ ਮੈਡਮ ਚਲੇ ਗਏ ਆ, ਹਾਕਮ ਖੜਾ ਬਾਈ ਨਾਲ, ਆਪਣੇ ਸੰਕਲਪ ਕੋਹਲੀ, ਕਪਲ ਮੈਦਾਨ, ਇਕਬਾਲ ਢਿੱਲੋਂ, ਅਮਨਦੀਪ ਢਿੱਲੋਂ, ਸਾਰੀ ਜਿੰਨੀ ਕਾਨੂੰਨੀ ਟੀਮ ਸੀਗੀ, ਲੀਗਲ ਟੀਮ ਸੀਗੀ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉਹਨਾਂ ਨੇ ਸਾਰਿਆਂ ਨੇ, ਪ੍ਰਦੀਪ ਕੋਹਲੀ, ਸਾਰਿਆਂ ਨੇ ਜ਼ੋਰ ਲਾਇਆ ਬਾਈ, ਕੋਈ ਕਿਸੇ ਤੋਂ ਪੰਜੀ ਨਹੀਂ ਲਈ। ਜਿਹੜੇ ਵੀ ਕਾਗਜ਼ਾਂ ਦੇ ਪੈਸੇ ਲੱਗੇ ਨੇ ਸਾਰੇ ਵਕੀਲਾਂ ਨੇ ਜਿਵੇਂ ਜਿਵੇਂ ਲਾਏ ਆ, ਕਿਸੇ ਨੇ 10 ਲਾਏ, ਕਿਸੇ ਨੇ 5 ਲਾਏ, ਕਿਸੇ ਨੇ 50 ਲਾਏ, ਇਹਨੇ ਆਪਣੇ ਕੋਲੋਂ ਲਾਏ। ਮੇਰੇ ਕੇਸ ਸੰਬੰਧ ਤਾਂ ਮੈਨੂੰ ਇਹੀ ਪਤਾ ਲੱਗਿਆ, ਬਾਕੀ ਇਹ ਦੱਸ ਦੇਣਗੇ ਵੀ ਬਾਕੀ ਕੇ ਸੰਜਨਾਂ ਨੇ ਕਿਵੇਂ ਕੀਤਾ। ਮੈਨੂੰ ਪਰ ਇੱਥੋਂ ਤੱਕ ਪਤਾ ਲੱਗਿਆ ਵੀ ਕਿਸੇ ਕੇਸ ਦੇ ਵਿੱਚ ਕੋਈ ਪੈਸਾ ਨਹੀਂ। ਲੱਖਾ ਜੀ ਜਿਹੜੀਆਂ ਜ਼ਮਾਨਤਾਂ ਵੀ ਨੇ ਨਾ, ਉਹ ਵੀ ਆਪਾਂ ਚਲੋ ਤੁਹਾਡੇ ਤੇ ਕਿਰਪਾ ਹੋਈ ਆ, ਜ਼ਮਾਨਤਾਂ ਵੀ 50-60 ਲੱਖ ਜਿਹੜਾ ਜੋ ਦਖਲ ਕਰਾਈਆਂ ਨੇ ਉਹ ਵੀ ਆਪਾਂ ਕਰਾਈਆਂ ਨੇ, ਕਿਸ ਤੋਂ ਜ਼ਮਾਨਤ ਦਾ ਪੈਸਾ ਨਹੀਂ ਦਾਖਲ ਕਰਾਇਆ। ਗਰੀਬ ਪਰਿਵਾਰ ਦੇ ਸੀਗੇ, ਕੱਪੜੇ ਤੱਕ ਭੇਜੇ ਜੀ ਪਹਿਲੇ ਦਿਨ ਤੋਂ, ਜਦ ਠੰਡ ਕੱਪੜੇ ਤੋਂ ਲੈ ਕੇ ਇਹੀ ਹੁੰਦਾ ਕਿ ਜਦੋਂ ਤੁਹਾਡੇ ਨਾਲ ਮਾੜੇ ਵਕਤ ਤੁਹਾਡੇ ਸਾਰੇ ਲੋਕ ਤੁਹਾਡੇ ਨਾਲ ਆ ਕੇ ਖੜ ਜਾਂਦੇ ਆ, ਤਾਂ ਫਿਰ ਬੰਦਾ ਵੀ ਹੌਸਲਿਆਂ ਲੜਦਾ। ਹੁਣ ਅਗਲੀ ਮੈਂ ਗੱਲ ਕਰੂੰਗਾ, ਮੇਰੇ ਸੱਜੇ ਹੱਥ ਮਨਜਿੰਦਰ ਸਿੰਘ ਸਿਰਸਾ ਖੜੇ ਨੇ। ਜਿੱਦੇ ਪਹਿਲੇ ਦਿਨ ਗੱਲ ਹੁੰਦੀ ਆ ਨਾ, ਤਾਂ ਮੈਂ ਇਹਨਾਂ ਨੂੰ ਫੋਨ ਕਰਦਾ ਜਦੋਂ ਰਣਜੀਤ ਨੂੰ ਚੱਕਿਆ ਜਾਂਦਾ, ਕਿ ਜੀ ਰਣਜੀਤ ਨੂੰ ਪੁਲਿਸ ਚੱਕ ਕੇ ਲੈ ਗਈ, ਇਹ ਕਹਿੰਦੇ ਮੈਨੂੰ ਅੱਧਾ ਘੰਟਾ ਦਿਓ ਤੇ ਮੈਂ ਪਹੁੰਚਦਾ। ਚਲੋ ਅੱਧੇ ਘੰਟੇ 'ਚ ਉੱਥੇ ਪਹੁੰਚਦੇ ਆ, ਮੈਨੂੰ ਇਹੀ ਕਿਹਾ ਮੈਂ ਜੀ ਬੰਦੇ ਦੀ ਕੁੱਟਮਾਰ ਨਾ ਹੋਵੇ, ਕਹਿੰਦੇ ਵੀ ਜਿਹੜੀ ਪਹਿਲਾਂ ਹੋ ਗਈ, ਹੁਣ ਇਹ ਤੋਂ ਬਾਅਦ ਕੁੱਟਮਾਰ ਨਹੀਂ ਹੁੰਦੀ। ਉਦੋਂ ਬਾਅਦ ਜਦੋਂ ਆਪਣੇ ਬੰਦਿਆਂ ਨੂੰ ਫੜਿਆ ਜਾਂਦਾ ਰਿਹਾ, ਪੁਲਿਸ ਕੁੱਟਮਾਰ ਕਰਦੀ ਰਹੀ, ਪਰਚੇ ਪਾਉਂਦੀ ਰਹੀ, ਉਦੋਂ ਇਹ ਨਾਲ ਖੜਦੇ ਵੀ ਰਹੇ, ਚਾਹੇ ਜੇਲ੍ਹਾਂ ਦੇ ਵਿੱਚ ਜਾ ਕੇ, ਤਿਹਾੜ ਜੇਲ੍ਹ ਦੇ ਵਿੱਚ ਆ ਕੇ ਮੁਲਾਕਾਤ ਕਰਕੇ ਆਏ, ਚਾਹੇ ਇਹਨਾਂ ਨੇ ਸਾਰੇ ਭਰਾਵਾਂ ਨੇ, ਵਕੀਲਾਂ ਨੇ ਤੇ ਮਨਜਿੰਦਰ ਸਿਰਸਾ ਜੀ ਨੇ ਇਕੱਠੇ ਹੋ ਕੇ ਅੰਦਰ ਕੱਪੜੇ ਭੇਜੇ ਹੋਣ, ਜਾਣੇ ਉਹ ਇਹ ਇਹਨਾਂ ਦਾ ਕਿਰਦਾਰ ਦੀ ਮੈਂ ਗੱਲ ਕਰਦਾ। ਹਾਂ, ਇੱਕ ਗੱਲ ਮੈਂ ਜ਼ਰੂਰ ਇੱਥੇ ਕਹਿਣੀ ਚਾਹੂੰਗਾ ਕਿ ਜਦੋਂ ਮੈਂ ਸਿਰਸਾ ਸਾਹਿਬ ਨੂੰ ਇੱਕ ਗੱਲ ਕੀਤੀ, ਮੈਂ ਕਿਹਾ ਜੀ ਬਾਦਲਾਂ ਦੇ ਨਾਲ ਸਾਡਾ 36 ਦਾ ਅੰਕੜਾ, ਦੇਖੋ ਸੱਚੀ ਗੱਲ ਤੁਹਾਨੂੰ ਪਤਾ ਮੈਂ ਕਹਿਣੋਂ ਟਲਦਾ ਨਹੀਂਗਾ, ਮੈਂ ਅੱਜ ਜਾਂਚ ਪੜਤਾਲ 'ਚ ਵੀ ਸੱਚੀਆਂ ਕਹਿ ਕੇ ਆਇਆ। ਪਰ ਇਹਨਾਂ ਨੇ ਜਿਹੜੀ ਮੈਨੂੰ ਗੱਲ ਕਹੀ, ਇਹ ਕਹਿੰਦੇ ਵੀ ਸਾਡੇ ਲਈ ਪਾਰਟੀ ਮਗਰੋਂ ਆ, ਕੌਮ ਪਹਿਲਾਂ, ਸਾਡੇ ਪੰਜਾਬੀ ਪਹਿਲਾਂ। ਸੋ ਇਹਨਾਂ ਨੇ ਉਹ ਪਾਰਟੀ ਤੋਂ ਵੀ ਉੱਪਰ ਉੱਠ ਕੇ, ਠੀਕ ਆ ਕੋਈ ਬੰਦਾ ਕਿਸੇ ਵੀ ਪਾਰਟੀ ਨਾਲ ਜੁੜਿਆ ਹੁੰਦਾ, ਜੇ ਉਹਨੇ ਚੰਗਾ ਕੀਤਾ ਤਾਂ ਚੰਗਾ ਕਹਿਣਾ ਆਪਣਾ ਫਰਜ਼ ਬਣਦਾ, ਜੇ ਆਪਣਾ ਕੋਈ ਨਾਲ ਦਾ ਮਾੜਾ ਵੀ ਕਰਦਾ ਤੇ ਮਾੜਾ ਕਹਿਣਾ ਵੀ ਆਪਣਾ ਫਰਜ਼ ਬਣਦਾ। ਸੋ ਇਹਨਾਂ ਨੇ ਜੋ ਭੂਮਿਕਾ ਨਿਭਾਈ ਆ ਹੁਣ ਤੱਕ ਸਾਰੇ ਅੰਦੋਲਨ ਦੇ ਵਿੱਚ, ਉਹ ਸ਼ਲਾਘਾਯੋਗ ਹੈ, ਕਾਬਲੇ ਤਾਰੀਫ ਹੈ। ਇਹਨਾਂ ਨੇ ਪਾਰਟੀ ਤੋਂ ਉੱਪਰ ਉੱਠ ਕੇ, ਹਾਲਾਂਕਿ ਮੈਂ ਇਹਨਾਂ ਨੂੰ ਪਹਿਲੇ ਦਿਨ ਵੀ ਕਹਿਤਾ ਸੀ ਵੀ ਦੇਖੋ ਜੀ ਤੁਸੀਂ ਮੇਰੀ ਮਦਦ ਕਰੋ ਨਾ ਕਰੋ, ਪਰ ਬਾਦਲਾਂ ਨਾਲ ਮੇਰਾ ਵਖਰੇਵੇਂ ਹੈਗੇ ਨੇ। ਇਹ ਕਹਿੰਦੇ ਕੋਈ ਚੱਕਰ ਨਹੀਂ ਹੈ, ਅੱਜ ਵੀ ਸਾਡੀ ਗੱਲ ਇਹ ਕਹਿੰਦੇ ਕੋਈ ਚੱਕਰ ਨਹੀਂ ਹੈ ਇਸ ਗੱਲ ਨੂੰ ਲੈ ਕੇ, ਅਸੀਂ ਤੁਹਾਡੇ ਨਾਲ। ਸੋ ਇਹ ਹੁੰਦੀ ਆ ਵੀ ਜਦੋਂ ਆਪਾਂ ਕੌਮ ਦੀਆਂ ਗੱਲਾਂ ਆਉਂਦੀਆਂ ਨੇ ਜਾਂ ਉੱਚੇ ਸੰਕਲਪ ਦੀਆਂ ਗੱਲਾਂ ਆਉਂਦੀਆਂ ਨੇ, ਫਿਰ ਪਾਰਟੀਆਂ ਥੱਲੇ ਰਹਿ ਜਾਂਦੀਆਂ। ਸੋ ਇਹਨਾਂ ਦੀ ਮੈਂ ਤਾਂ ਇਸ ਕਰਕੇ ਗੱਲ ਕਰਦਾ ਕਿ ਇਹਨਾਂ ਨੇ ਬਹੁਤ ਵਧੀਆ, ਮੈਂ ਇਕੱਲੇ ਮੇਰੇ ਕੇਸ ਦੀ ਨਹੀਂ ਗੱਲ ਕਰਦਾ, ਸਮੁੱਚੇ ਕੇਸਾਂ 'ਚ ਜਿੰਨੀਆਂ ਜ਼ਮਾਨਤਾਂ, 110 ਜ਼ਮਾਨਤਾਂ ਜੀ, 160 61 ਜਿਹੜੀਆਂ ਜ਼ਮਾਨਤਾਂ, ਜਿਹਦੇ ਵਿੱਚ ਕੁਝ ਐਂਟੀਸਪੇਟਰੀ ਬੇਲਾਂ ਵੀ ਸੀਗੀਆਂ, ਕੁਝ ਰੈਗੂਲਰ ਜ਼ਮਾਨਤਾਂ, 110 ਜਿਹੜੀਆਂ ਐਂਟੀਸਪੇਟਰੀ ਬੇਲ ਸੀਗੀ ਉਹ ਵੀ ਕਰਾਈ ਇਹਨਾਂ ਨੇ। ਇਹ ਰਲ ਮਿਲ ਕੇ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ, ਇਹਨਾਂ ਦਾ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ। ਤੇ ਮੈਂ ਅੱਗੇ ਵਾਸਤੇ ਵੀ ਇਹੀ ਕਹਿਣਾ ਕਿ ਜਦੋਂ ਕੋਈ ਵੀ ਸਾਡੇ ਕੌਮੀ ਕੋਈ ਫਰਜ਼ ਹੁੰਦਾ ਜਾਂ ਕੌਮ ਦੀ ਗੱਲ ਹੁੰਦੀ ਹੈ ਜਾਂ ਪੰਜਾਬੀਅਤ ਦੀ ਗੱਲ ਹੁੰਦੀ ਆ, ਉਦੋਂ ਇਹੋ ਜਿਹੀਆਂ ਚੀਜ਼ਾਂ ਸਿੱਖਣ ਦੀ ਲੋੜ ਹੁੰਦੀ ਆ ਕਿ ਅਸੀਂ ਪਾਰਟੀਆਂ ਤੋਂ ਉੱਪਰ ਉੱਠ ਕੇ ਕੌਮ ਨਾਲ ਖੜੀਏ, ਆਪਣੇ ਲੋਕਾਂ ਨਾਲ ਖੜੀਏ। ਹਮੇਸ਼ਾ ਉਹੀ ਕੌਮਾਂ ਜਿੱਤਦੀਆਂ ਨੇ ਜਿਹੜੀਆਂ ਫਿਰ ਜਦੋਂ ਸੰਕਟ 'ਚ ਹੋਵੇ ਨਾ ਕੌਮ,
ਤੇ ਧੜੇਬਾਜ਼ੀਆਂ ਛੱਡ ਕੇ ਫਿਰ ਆਪਾਂ ਸਿਰ ਜੋੜ ਲਈਏ। ਅੱਜ ਆਪਾਂ ਬਹੁਤ ਧੜਿਆਂ 'ਚ ਫਸੇ ਹੋਏ ਆ, ਅੱਡੋ ਵੱਡੀ ਕੋਈ ਕਿਸੇ ਦਾ ਕਿੱਧਰ ਨੂੰ ਮੂੰਹ ਆ, ਕਿਸੇ ਦਾ ਕਿੱਧਰ ਨੂੰ ਮੂੰਹ ਆ। ਸੋ ਅੱਜ ਜੇ ਆਪਾਂ ਚਾਹੁੰਦੇ ਆ ਪੰਜਾਬ ਪੰਜਾਬੀਅਤ ਨੂੰ ਬਚਾਉਣਾ, ਤਾਂ ਸਾਨੂੰ ਸਾਰੇ ਧੜਿਆਂ ਨੂੰ ਛੱਡ ਕੇ ਸਭ ਤੋਂ ਪਹਿਲਾਂ ਪੰਜਾਬ ਬਾਰੇ ਸੋਚਣਾ ਪੈਣਾ, ਪੰਜਾਬੀਅਤ ਬਾਰੇ ਸੋਚਣਾ ਪੈਣਾ, ਆਪਣੀ ਕੌਮ ਬਾਰੇ ਸੋਚਣਾ ਪੈਣਾ। ਸੋ ਇਹੀ ਮੇਰੀਆਂ ਗੱਲਾਂ ਬਾਤਾਂ ਸੀ। ਹੁਣ ਬਾਈ ਤੁਸੀਂ ਖੜੇ ਹੋ, ਕੋਈ ਸਵਾਲ ਜਵਾਬ? ਮੈਂ ਤੁਹਾਨੂੰ ਦੋ ਤਿੰਨ ਗੱਲਾਂ ਕਹਿਣਾ ਚਾਹੁੰਦਾ ਜ਼ਰੂਰ। ਇੱਕ ਤੇ ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦਾ ਹੈ ਕਿ ਵਾਹਦ ਹੋਣ ਤੱਕ ਦਾ ਮੈਂ ਤੁਹਾਨੂੰ ਇਤਿਹਾਸ ਦੀ ਗੱਲ ਦੱਸਣ ਲੱਗਾ ਹਾਂ। ਅਗਰ ਤੂੰ ਪਿਛਲੇ 40 ਸਾਲਾਂ 'ਚ ਨਜ਼ਰ ਮਾਰ ਕੇ ਦੇਖੋਗੇ ਤੇ ਦਿੱਲੀ ਦਾ ਵਾਹਦ ਇੱਕ ਕੇਸ ਆ ਜਿਹਦੇ ਅੰਦਰ ਸਿਰ ਦਾ ਨਾਮ ਰੱਖਿਆ ਗਿਆ ਹੋਵੇ ਤੇ ਬੰਦੇ ਦੀ ਬਿਨਾਂ ਪੁਲਿਸ ਨੂੰ ਅਰੈਸਟ ਕੀਤੇ ਜ਼ਮਾਨਤ ਹੋਈ ਹੋਵੇ, ਕੋਈ ਰਿਕਾਰਡ 'ਚ ਦੇ ਨਹੀਂ ਹੈਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਰਿਕਾਰਡ ਵੀ ਐਸਾ ਕੋਈ ਨਹੀਂ ਹੈਗਾ, ਕਿਸੇ ਰਿਕਾਰਡ 'ਚ ਕੋਈ ਨਹੀਂ ਕਹਿ ਸਕਦਾ ਕਿ ਫਲਾਣਾ ਇੱਕ ਬੰਦਾ ਸੀਗਾ ਜਿਹਦਾ ਸਿਰ ਦਾ ਨਾਮ ਰੱਖਿਆ ਗਿਆ ਸੀ ਤੇ ਉਹਨੂੰ ਬਿਨਾਂ ਪੁਲਿਸ ਦੇ ਅਰੈਸਟ ਕੀਤੇ ਉਹਦੀ ਜ਼ਮਾਨਤ ਹੋਈ ਹੋਵੇ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਹੋਈ ਆ, ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਆ। ਸੋ ਮੈਂ ਪਹਿਲਾਂ ਤੇ ਗੁਰੂ ਸਾਹਿਬ ਧੰਨਵਾਦ ਕਰਦਾ। ਦੂਜੀ ਗੱਲ, ਮੈਂ ਲੱਖਾ ਜੀ ਦੇ ਸਾਰੇ ਭਾਵਨਾਵਾਂ ਦੀ ਬੜੀ ਕਦਰ ਕਰਦਾ, ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਹੈ ਕਿ ਤੁਹਾਡਾ ਕਿਸੇ ਨਾਲ ਜਿੰਨਾ ਮਰਜ਼ੀ ਆਂਕੜਾ ਰਿਹਾ ਹੋਵੇ, ਪਰ ਅਸੀਂ ਇੱਕ ਪਾਰਟੀਆਂ ਨਾਲ ਜੁੜੇ ਲੋਕ ਹਾਂ, ਪਰ ਅਸੀਂ ਪਾਰਟੀ ਨੂੰ, ਸਾਡੀ ਪਾਰਟੀ ਨੇ ਵੀ, ਮੈਂ ਗੁਰੂ ਸਾਹਿਬ ਦੀ ਹਾਜ਼ਰੀ 'ਚ ਇਹ ਗੱਲ ਤੁਹਾਨੂੰ ਲੱਖਾ ਜੀ ਜ਼ਰੂਰ ਕਹਿਣਾ ਚਾਹੁੰਦਾ, ਸਾਡੀ ਪਾਰਟੀ ਨੇ ਵੀ ਅੱਜ ਤੱਕ ਸਰਦਾਰ ਸੁਖਬੀਰ ਸਿੰਘ ਬਾਦਲ ਸਾਨੂੰ ਅੱਜ ਤੱਕ ਇੱਕ ਵਾਰ ਇਹ ਗੱਲ ਨਹੀਂ ਕਹੀ ਬਈ ਤੁਸੀਂ ਕਿਸੇ ਬੰਦੇ ਦੀ ਫਲਾਣ ਬਾਈ ਨੇਮ ਵੀ ਫਲਾਣ ਦੀ ਇਮਦਾਦ ਕਰਨੀ ਆ ਜਾਂ ਨਹੀਂ ਕਰਨੀ, ਕਿਆ ਕਰਨੀ ਆ। ਔਰ ਮੈਂ ਤੁਹਾਨੂੰ ਵੀ ਇਹ ਗੱਲ ਦੱਸੀ, ਤੁਹਾਡੇ ਆਪਸ ਵਿੱਚ 100 ਵਿਚਾਰ ਹੋਣਗੇ। ਦੇਖੋ ਆਪਣੀ ਕਮਿਊਨਿਟੀ ਜਿਹੜੀ ਆ ਉਹਦੇ ਲੱਖਾਂ ਤਰ੍ਹਾਂ ਦੇ ਵਿਚਾਰ ਰਹਿਣਗੇ, ਵਡੇਰੇ ਰਹਿਣੇ ਆਪਣੇ, ਵੰਡੇ ਰਹਿਣਾ ਆਪਾਂ, ਪਰ ਕਿਤੇ ਨਾ ਕਿਤੇ ਆ ਕੇ ਜਦੋਂ ਆਪਾਂ ਆਪਣੀ ਕਮਿਊਨਿਟੀ ਦੀ ਗੱਲ ਕਰਦੇ ਆ ਉਦੋਂ ਆਪਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਆਪਣੇ ਤੇ ਕਿ ਆਪਾਂ ਇਕਜੁੱਟ ਹੋ ਜਾਂਦੇ ਆ। ਔਰ ਇਸੀ ਲੜਾਈ ਦੇ ਕਾਰਨ ਆਪਣੀ ਜਿੱਤ ਵੀ ਤਾਂ ਹੀ ਹੋਈ ਕਿ ਸਾਰਿਆਂ ਨੇ ਪਾਰਟੀ ਦੇ ਉੱਪਰ ਉੱਠ ਕੇ, ਇੱਕ ਨੇ ਨਹੀਂ ਮੇਰੇ ਵਰਗੇ ਹੋਰ ਵੀ ਕਈ ਨੇਕਾਂ ਨੇ। ਜੋ ਮੈਂ ਅੱਜ ਵੀ ਦੱਸਣਾ ਚਾਹੁੰਦਾ ਹੈ ਕਿ ਜਿਹੜੇ ਵਕੀਲ ਸੀ ਨਾ ਜੀ, ਉਹਨਾਂ ਵਕੀਲਾਂ 'ਚ ਵੀ ਕਈ ਕਾਂਗਰਸੀ ਸੋਚ ਵਾਲੇ ਸੀ, ਆਡੋਡੀ ਪਾਰਟੀ ਅਕਾਲੀ ਦਲ ਦੀ ਸੋਚ ਵਾਲੇ ਸੀ, ਬੀਜੇਪੀ ਦੀ ਸੋਚ ਵਾਲੇ ਸੀ, ਕੋਈ ਸਮਾਜ ਹਰ ਤਰ੍ਹਾਂ ਦੀ ਸੋਚ ਦੇ ਲੋਕ ਹੁੰਦੇ ਨੇ। ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਕਿਸੇ ਨੇ ਵੀ ਉਹਦੇ ਅੰਦਰ ਆਪਣੀ ਨਿੱਜੀ ਸੋਚ ਨੂੰ ਨਹੀਂ ਰੱਖਿਆ। ਸੋ ਮੈਂ ਤੁਹਾਨੂੰ ਇੱਕ ਬੇਨਤੀ ਕਰੂੰਗਾ, ਤੁਹਾਡੇ ਲੱਖ ਵਖਰੇਵੇ ਰਹਿਣ, ਪਰ ਜਦੋਂ ਅਸੀਂ ਕਿਸੇ ਪਲੇਟਫਾਰਮ ਤੇ ਖੜੇ ਹੋਈਏ ਉਦੋਂ ਆਪਾਂ ਇਸ ਗੱਲ ਨੂੰ ਭੁੱਲ ਜਾਈਏ ਕਿ ਤੁਹਾਡੀ ਕਿਹਦੇ ਨਾਲ ਲੜਾਈ ਰਵੇ, ਤੁਹਾਡੀ ਲੜਾਈ, ਪਰ ਉਸ ਵੇਲੇ ਆਪਾਂ ਆਪਣੇ ਮਨ ਦੀਆਂ ਸਾਰੀਆਂ ਉਹਨਾਂ ਗੱਲਾਂ ਨੂੰ ਭੁੱਲ ਕੇ ਕੇਵਲ ਇੱਕ ਟੀਚੇ ਤੇ ਰੱਖੀਏ ਵੀ ਸਾਡੀ ਸੋਚ ਕੀ ਆ, ਜਿਸ ਕਿਸਾਨੀ ਦੇ ਪਿੱਛੇ ਅਸੀਂ ਸਾਰੇ ਖੜੇ ਹੋਏ ਆ, ਜੇ ਤੋਂ ਉਸ ਚੀਜ਼ ਦੀ ਲੜਾਈ ਹੋਣੀ ਚਾਹੀਦੀ ਆ। ਮੈਂ ਇਸ ਗੱਲ ਦੀ ਜ਼ਰੂਰ ਕਹਿਣਾ ਚਾਹੁੰਦਾ ਕਿ ਦੇਖੋ ਕਹਿਣ ਨੂੰ ਬੜਾ ਸੌਖਾ ਹੁੰਦਾ ਹੈ, ਐਡੀਆਂ ਵੱਡੀਆਂ ਲੜਾਈਆਂ ਲੜਨੀਆਂ, ਰੂਪੋਸ਼ ਹੋ ਕੇ ਲੜਾਈਆਂ ਲੜਨੀਆਂ, ਔਰ ਇਹ ਵੀ ਪਤਾ ਹੋਵੇ ਘਰ ਦੇ ਭਰਾ ਵੀ ਚੁੱਕਿਆ ਗਿਆ ਹੋਵੇ। ਸੁਭਾਵਿਕ ਤੌਰ ਤੇ ਪਰਿਵਾਰ ਤੇ ਸਭ ਦੇ ਸਾਡੇ ਤੁਹਾਡੇ ਵਰਗੇ, ਸਭ ਦੇ ਮਾਂ ਪਿਓ ਸਭ ਨੂੰ ਇਸ ਤਰ੍ਹਾਂ ਚਿੰਤਾ ਹੁੰਦੀ ਆ, ਘਰ ਵਾਲੇ ਬੱਚੇ ਗੱਲ ਨੂੰ ਵੀ ਆਉਂਦੇ। ਹਾਂ, ਇੱਕ ਮੈਂ ਸਿਰ ਸਾਹਿਬ ਇਹ ਭੁੱਲ ਗਿਆ ਸੀ, ਜਦੋਂ ਮੇਰੇ ਭਰਾ ਨੂੰ ਇਹਦੇ ਚੱਕ ਕੇ ਪੁਲਿਸ ਨੇ ਲਿਆਏ ਕੁੱਟਮਾਰ ਕੀਤੀ ਹੈ ਤਾਂ ਮੈਂ ਇਹਨਾਂ ਨਾਲ ਸੰਪਰਕ ਕੀਤਾ, ਕਿ ਇਹਨਾਂ ਨੂੰ ਟਾਈਮ ਦਿਓ ਅਸੀਂ ਪਤਾ ਕਰਦੇ ਹਾਂ, ਕਿਉਂਕਿ ਪਤਾ ਲੱਗ ਹੀ ਨਹੀਂ ਸੀ ਰਿਹਾ ਵੀ ਚੱਕਿਆ ਕਿਹਨੇ ਆ, ਕੀ ਗੱਲਬਾਤ ਆ, ਹਨਾ। ਸੋ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਜਦੋਂ ਹੀ ਮੈਂ ਫੋਨ ਕਰਦਾ ਸੀ ਕਿਸੇ ਵੀ ਮੁੰਡੇ ਬਾਰੇ, ਜਦੋਂ ਪੰਜਾਬ ਦਾ ਕੋਈ ਮੁੰਡਾ ਚੱਕਿਆ ਜਾਂਦਾ ਸੀ ਤੇ ਨਾਲ ਦੀ ਨਾਲ ਇਹ ਫੌਰੀ ਹਰਕਤ ਕਰਦੇ ਸੀਗੇ, ਹਰਕਤ 'ਚ ਆਉਂਦੇ ਸੀਗੇ ਤੇ ਨਾਲ ਦੀ ਨਾਲ ਕੋਈ ਨਾ ਕੋਈ ਗੱਲ ਕੱਢ ਕੇ ਦੱਸ ਦਿੰਦੇ ਸੀ। ਸੋ ਇਸੇ ਕਰਕੇ ਮੈਂ ਕਹਿਣਾ ਕਿ ਪਾਰਟੀ ਤੋਂ ਉੱਪਰ ਉੱਠ ਕੇ ਤੁਹਾਡੇ ਨਾਲ ਅਸੀਂ ਤੁਹਾਡੇ ਸਲਾਹਗਾ ਵੀ ਇਸ ਕਰਕੇ ਕਰ ਰਹੇ ਹਾਂ ਕਿ ਤੁਸੀਂ ਉੱਪਰ ਉੱਠ ਕੇ ਕੰਮ ਕੀਤਾ, ਚਾਹੀਦਾ ਵੀ ਹੈ। ਤਾਂ ਕੋਈ ਸਵਾਲ ਬਾਈ? ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਪਰ ਤੁਸੀਂ ਸਾਡੀ ਵੀ ਸੋਚ ਲਿਆ ਕਰੋ ਨਾ, ਆਖਰੀ ਪਾਰਟੀ ਵਿੱਚ ਬੋਲੀ ਜੋ ਮਰਜ਼ੀ ਜਾਓ, ਤੁਹਾਡੇ ਵਡੇਵੇ ਰਹਿਣ, ਪਰ ਘੱਟੋ ਘੱਟ ਜਦੋਂ ਖੜੇ ਹੋਈਏ ਯਾਰ ਉਦੋਂ ਤੁਸੀਂ ਦੇਖੋ ਸਾਡੀ ਇੱਕ ਗੱਲ ਸੁਣੋ ਨਾ, ਆਖਿਰਕਾਰ ਅਸੀਂ ਜਵਾਬ ਦੇ ਹੈ ਹੀ ਨਾ ਪੈ ਨਾ ਕਹੀਏ, ਅਸੀਂ ਸਾਡੇ ਭਰਾ ਜੀ, ਅਸੀਂ ਤੁਹਾਨੂੰ ਕਦੀ ਨਹੀਂ ਇਹ ਗੱਲ ਕਹਾਂਗੇ, ਨਾ ਅਸੀਂ ਕਿਸੇ ਪਾਰਟੀ ਦੀ ਲਾਈਨ ਤੇ ਕਦੀ ਲੈ ਕੇ ਆਵਾਂਗੇ, ਨਾ ਅਸੀਂ ਕਦੀ ਕਿਸੇ ਨੂੰ। ਇੱਕ ਗੱਲ ਸੁਣੋ ਹੋਰ, ਜਿੱਥੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਗੱਲ ਲੱਖਾ ਜੀ, ਅਸੀਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦੇ ਹਾਂ, ਇੰਨੀ ਦੇਰ ਹੋ ਗਈ ਸਾਨੂੰ ਕੰਮ ਕਰਦੇ, ਅਸੀਂ ਆਪਣੀ ਗੁਰਦੁਆਰਾ ਕਮੇਟੀ ਨੂੰ ਵੱਖਰਾ ਰੱਖਿਆ, ਆਪਣੀ ਪਾਰਟੀ ਨੂੰ ਬਿਲਕੁਲ ਵੱਖਰਾ ਰੱਖਿਆ। ਜਿੱਥੇ ਪਾਰਟੀ ਪਲੇਟਫਾਰਮ ਦੀ ਗੱਲ ਕਰਨੀ ਆ ਉੱਥੇ ਅਸੀਂ ਕਹਿੰਦੇ ਭਾਈ ਤੁਸੀਂ ਪਰਾਂ ਹੋ ਜਾਓ, ਤੁਹਾਡਾ ਕੋਈ ਵਾਸਤਾ ਨਹੀਂ ਕਿਸੇ ਦਾ ਵੀ, ਇਹ ਸਾਡੀ ਆਪਣੀ ਗੱਲ ਆ। ਔਰ ਹੋਰ ਸੁਣੋ, ਸਾਡੇ ਵਕੀਲ ਵੀ ਨੇ ਨਾ, ਅਸੀਂ ਇਹ ਕਿਸੇ ਨੂੰ ਵੀ ਅੱਜ ਤੱਕ ਆਪਣੇ ਪਾਰਟੀ ਪਲੇਟਫਾਰਮ ਦੇ ਨਾਲ ਨਾ ਵਿੱਚ ਸਿਸਟਮ 'ਚ ਲਿਆਂਦਾ ਹੈ। ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਕਿਤੇ ਨਾ ਕਿਤੇ ਅੱਜ ਮੈਂ ਤੁਹਾਨੂੰ ਜ਼ਰੂਰ ਲਿਖਿਆ ਜੀ ਇੱਕ ਬੇਨਤੀ ਕਰੂੰਗਾ, ਤੁਹਾਡੇ ਵਖਰੇਵੇਂ ਨੇ, ਅਸੀਂ ਉਹਦੇ 'ਚ ਕੋਈ ਗੱਲ ਨਹੀਂ ਕਰਨੀ, ਨਾ ਅਸੀਂ ਉਸ ਪਾਸੇ ਜਾਣਾ ਕਦੀ, ਪਰ ਮੈਂ ਤੁਹਾਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਸਾਡੇ ਤੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਤਾਂ ਕਰਕੇ, ਕਿਉਂਕਿ ਅਸੀਂ ਇੱਕ ਪਾਰਟੀ ਨਾਲ ਜੁੜੇ ਸਾਂ, ਸਾਨੂੰ ਇੱਥੇ ਕੰਮ ਕਰਨ ਦਾ ਮੌਕਾ ਮਿਲਿਆ। ਔਰ ਅੱਜ ਸਾਡੇ ਕੰਮ ਕਰਕੇ ਤੁਸੀਂ ਅੱਜ ਦਿੱਲੀ 'ਚ ਘੁੰਮੋਗੇ, ਕਿਸੇ ਸਿੱਖ ਨੂੰ ਫੜ ਲਓ, ਨੌਨ ਸਿੱਖ ਨੂੰ ਫੜ ਲਓ, ਮੁਸਲਮਾਨ, ਈਸਾਈ, ਹਿੰਦੂ, ਜਿਹਨੂੰ ਫੜ ਕੇ ਪੁੱਛੋਗੇ ਨਾ ਤੁਹਾਡਾ ਸਿਰ ਉੱਚਾ ਹੋ ਜੂ। ਹਰ ਬੰਦਾ ਕਹੂਗਾ ਯਾਰ ਅਸੀਂ ਗੁਰਦੁਆਰਾ ਬੰਗਲਾ ਸਾਹਿਬ ਰਕਾਬਗੰਜ ਸਾਹਿਬ ਦੇ ਰਹਿਣੀ ਆ, ਤੁਹਾਡਾ ਸਿਰ ਉੱਚਾ ਹੋਊਗਾ। ਤਾਂ ਅਸੀਂ ਮਿਲ ਕੇ, ਤੁਹਾਡੀਆਂ ਸਭ ਪਾਰਟੀਆਂ ਅਲੱਗ ਰਹਿਣਗੀਆਂ, ਆਪਾਂ ਸਭ ਦੇ ਅਲੱਗ ਅਲੱਗ ਕੰਮ ਨੇ, ਪਰ ਇੱਕ ਲੜਾਈ ਸਾਡੀ ਸਾਂਝੀ ਆ, ਇੱਕ ਤੇ ਲੜਾਈ ਸਾਡੀ ਕਿਸਾਨੀ ਦੀ ਆ, ਪਰ ਜ਼ਿੰਦਗੀ ਭਰ ਦੀ ਇੱਕ ਲੜਾਈ ਸਾਡੀ ਕੌਮ ਦੀ ਸਾਂਝੀ, ਉਹ ਦਸਤਾਰ ਦੀ ਆ। ਜਿੱਥੇ ਦਸਤਾਰ ਦੀ ਗੱਲ ਆ ਜੇ ਅਸੀਂ ਸਾਰੀਆਂ ਗੱਲਾਂ ਨੂੰ ਭੁਲਾ ਕੇ, ਔਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਲੱਖਾ ਜੀ, ਜਿਹੜੇ ਸਿਮਰਨਜੀਤ ਸਿੰਘ ਮਾਨ ਜੀ ਦੀ ਪਾਰਟੀ ਦੇ ਲੋਕ ਅੰਦਰ ਹੋਏ,
ਅਸੀਂ ਉਹਨਾਂ ਦੇ ਨਾਲ ਵੀ ਡਟ ਕੇ ਖੜੇ, ਉਹਨਾਂ ਨੂੰ ਪੁੱਛ ਲਿਓ ਜ਼ਮਾਨਤਾਂ ਨਹੀਂ, ਜੇ ਲੋੜ ਪਈ ਤੇ ਜ਼ਮਾਨਤਾਂ ਦੇ ਪੈਸੇ ਵੀ ਜਮ੍ਹਾਂ ਕਰਾਂਗੇ। ਨਹੀਂ, ਸਾਡੀ ਲੜਾਈਆਂ ਵੱਖਰੇ ਹੋਣਗੇ ਯਾਰ। ਦੇਖੋ ਤੁਸੀਂ ਵੀ ਲੜਾਈ ਜਿਹੜੀ ਲੜਦੇ ਪਏ ਜੇ, ਤੁਸੀਂ ਕੋਈ ਆਪਣੇ ਪਰਿਵਾਰ ਲਈ ਨਹੀਂ ਲੜਦੇ ਪਏ, ਤੁਸੀਂ ਆਪਣੇ ਪਰਿਵਾਰ ਲਈ ਲੜਦੇ ਪਏ, ਤੁਸੀਂ ਵੀ ਆਪਣੀ ਕੌਮ ਲਈ ਲੜਦੇ ਪਏ ਜੇ। ਤੇ ਜੇ ਤੁਸੀਂ ਕੌਮ ਲਈ ਲੜਦੇ ਪਏ ਜੇ ਤੇ ਫਿਰ ਸਾਡਾ ਵੀ ਫਰਜ਼ ਬਣਦਾ। ਸੋ ਮੈਂ ਤੁਹਾਨੂੰ ਜ਼ਰੂਰ ਬੇਨਤੀ ਕਰਦਾ ਕਿ ਸਾਡੀ ਖੜਿਆਂ ਦੀ ਥੋੜੀ ਸੋਚ ਕਰ ਰੱਖ ਲਿਆ ਕਰੋ। ਇੰਨਾ ਕਿ ਜ਼ਰੂਰ ਆਪਾਂ ਨੂੰ ਇੱਕ ਦੂਜੇ ਨਾਲ ਰੱਖਣਾ ਚਾਹੀਦਾ, ਕਿਉਂਕਿ ਆਖਿਰਕਾਰ ਅਸੀਂ ਵੀ ਸਿਸਟਮ ਨਾਲ ਜੁੜੇ ਹਾਂ। ਪਰ ਮੈਂ ਤੁਹਾਨੂੰ ਵਧਾਈ ਦਿੰਦਾ ਔਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ, ਲੋਕਾਂ ਦਾ ਨਾ, ਮੈਂ ਇੱਥੇ ਕਹਿੰਦਾ ਭਾਈ ਸਾਹਿਬ ਜਿਹੜਾ ਤੋਜੋ ਦੇ ਕੇ ਸੁਣਿਓ ਜੀ, ਲੋਕਾਂ ਦਾ ਅਸਲ 'ਚ ਵਿਸ਼ਵਾਸ ਨਹੀਂ ਹੈਗਾ। ਤੁਹਾਨੂੰ ਅਗਰ ਯਾਦ ਹੋਵੇ, ਮੈਂ ਇੱਥੇ ਵੇਖਣਾ ਕਿ ਜਦੋਂ ਸਾਡਾ ਸਿੰਬਲ ਖੋਇਆ ਨਾ, ਉਸ ਤੋਂ ਪਹਿਲਾਂ ਕੋਰਟ 'ਚ ਅਸੀਂ ਖੜੇ ਸੀ, ਵੀ ਵਕੀਲ ਸੀ ਇੱਥੇ ਸੀਸ ਗਾਈ ਸਾਹਿਬ। ਮੈਂ ਕਿਹਾ ਜੀ ਮੇਰੇ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਤੇ ਇੰਨਾ ਵਿਸ਼ਵਾਸ ਹੈ ਲੱਖਾ ਜੀ, ਜੇ ਮੈਨੂੰ ਗੁਰੂ ਸਾਹਿਬ ਦਾ ਹੁਕਮ ਹੋ ਜੇ ਨਾ ਵੀ ਤੂੰ ਸਮੁੰਦਰ ਵੀ ਪੈਦਲ ਚੱਲ ਕੇ ਪਾਰ ਕਰਨਾ ਹੈ, ਤੇ ਮੈਨੂੰ ਪਤਾ ਹੈ ਕਿ ਗੁਰੂ ਨੇ ਕਹਿ ਦਿੱਤਾ ਤੇ ਗੁਰੂ ਨੇ ਆਪ ਪਾਰ ਕਰਾ ਦੇਣਾ। ਤੇ ਜਿੱਦਣ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ 'ਚ ਆਇਆ, ਲੋਕਾਂ ਦਾ ਵਿਸ਼ਵਾਸ ਨਹੀਂ ਹੈਗਾ। ਪਰ ਮੈਂ ਤੁਹਾਨੂੰ ਅੱਜ ਤੋਂ ਬਾਅਦ ਜ਼ਰੂਰ ਕਹੂੰਗਾ, ਦਿੱਲੀ ਆਉਣ ਦਾ ਜਦੋਂ ਮੌਕਾ ਮਿਲੇ, ਇੱਕ ਗੱਲ ਯਾਦ ਰੱਖਿਓ ਜੀ, ਵੀ ਇਸ ਤੋਂ ਕੋਈ ਤਾਕਤਵਰ ਥਾਂ ਨਹੀਂ ਹੋ ਸਕਦੀ ਜਿਸ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸਥਾਨ ਤੇ ਆ ਕੇ ਸੀਸ ਝੁਕਾਤਾ ਔਰ ਇਹ ਛੱਡਤਾ ਵੀ ਸਾਹਿਬ ਮੈਂ ਤੇ ਗੁਰੂ ਸਾਹਿਬ ਤੁਹਾਡੇ ਚਰਨਾਂ ਤੇ ਸਭ ਕੁਝ ਛੱਡ ਚੱਲਿਆ, ਮੇਰੇ ਕੋਲ ਹੁਣ ਕੁਝ ਨਹੀਂ ਹੈਗਾ, ਮੈਂ ਆਪਣਾ ਬੋਝ ਲਾ ਕੇ ਤੁਹਾਡੇ ਚਰਨਾਂ 'ਚ ਜਾ ਚੱਲਿਆ, ਮੇਰੀ ਇੱਜ਼ਤ ਰੱਖਿਓ ਜੀ। ਮੈਂ ਨਹੀਂ ਅੱਜ ਤੱਕ ਉਸ ਬੰਦੇ ਨੂੰ ਢਾਈਦਿਆਂ ਦੇਖਿਆ। ਹੁਣ ਜਿਹੜਾ ਬੰਦਾ ਅਸੀਂ ਇਹ ਦੱਸ ਸਕਦੇ ਹਾਂ, ਸਾਡੀ ਸਾਰੀ ਜਿੱਤ ਦਾ ਕਾਰਨ ਕੇਵਲ ਇੱਕ ਆ ਕਿ ਸਾਡਾ ਜੋ ਦਫ਼ਤਰ ਆ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਦੇ ਉੱਤੇ ਆ, ਤੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਵੱਲ ਮੂੰਹ ਕਰਕੇ ਅਰਦਾਸ ਕਰਕੇ ਚੱਲਦੇ ਆ। ਬਾਕੀ ਬਾਤ ਮਹਾਰਾਜ ਤੇ ਛੱਡ ਦਿੰਦੇ ਆ, ਫਿਰ ਮਾਲਕ ਆਪ ਹੀ ਪੱਤ ਰੱਖੂਗਾ ਤੇ ਆਪ ਹੀ ਪਰਦੇ ਕੱਜੂਗਾ। ਬਾਕੀ ਅਸੀਂ ਡਟ ਕੇ ਖੜੇ ਸਾਂ, ਡਟ ਕੇ ਖੜੇ ਆ, ਇਸੇ ਤਰ੍ਹਾਂ ਆਪਾਂ ਚੜ੍ਹਦੀ ਕਲਾ 'ਚ ਇੱਕਜੁੱਟ ਰਹੀਏ। ਬਸ ਇੰਨੀ ਮਿਹਰਬਾਨੀ ਆ। ਬਾਕੀ ਹੁਣ ਤੁਹਾਡੀ ਕੋਈ ਗੱਲਬਾਤ ਸਵਾਲ ਤਾਂ ਸਾਰਿਆਂ ਨਾਲੋਂ ਵੱਡਾ ਬਾਈ ਇਹ ਆ, ਪੰਜਾਬ ਤੈਨੂੰ ਇੰਨਾ ਪਿਆਰ ਕਰਦੇ, ਅੱਜ ਤੂੰ ਕਿਸੇ ਨੂੰ ਦੱਸੇ ਬਣਾ ਅੱਜ ਇੱਥੇ ਬਾਈ ਤੁਸੀਂ ਪੇਸ਼ ਹੋਏ ਆ, ਇਹਦੇ ਬਾਰੇ ਕੀ ਕਹਿਣਾ? ਨਹੀਂ ਕਰਦਾ ਅਸੀਂ ਤੇ ਨਾਲ ਨਹੀਂ ਤੁਸੀਂ ਵੀ ਕਰਦੇ ਜੀ ਗੱਲ ਹੈ ਨਹੀਂ ਪੰਜਾਬ ਨਹੀਂ, ਚਲੋ ਹਾਂ ਦਿੱਲੀ ਵੀ ਨਾਲ ਆ ਬਿਲਕੁਲ, ਚਲੋ ਸਾਰੇ ਪੰਜਾਬੀ ਨਾਲ ਹੀ ਆ, ਦੁਨੀਆ ਕਰਦੀ ਆ। ਇਹ ਹੋਈ ਬਾਈ ਰਾਤ ਸਾਨੂੰ 8 ਵਜੇ ਨੋਟਿਸ ਮਿਲਿਆ ਬਾਈ, 8 ਵਜੇ ਮਿਲਿਆ ਤੇ ਫੌਰੀ ਸਾਨੂੰ ਨਾਲ ਦੀ ਨਾਲ ਫਰਾਉਣਾ ਪੈ ਗਿਆ। ਜੇ ਨਹੀਂ ਆਉਂਦੇ ਸੀਗੇ ਤਾਂ 3 ਤਰੀਕ ਲੱਗੀ ਹੋਈ ਐਮਰ, ਇਹਨਾਂ ਨੇ ਕਹਿਣਾ ਸੀ ਵੀ ਆ ਕੇ ਇਹਨਾਂ ਨੇ ਇਨਵੈਸਟੀਗੇਸ਼ਨ ਜੁਆਇਨ ਨਹੀਂ ਕੀਤੀ, ਇਹਨਾਂ ਬਹਾਨਾ ਬਣ ਜਾਂਦਾ। ਇਸੇ ਕਰਕੇ ਨਾਲ ਦੀ ਨਾਲ ਅਸੀਂ ਇੱਥੇ ਆਏ। ਪੰਜਾਬ ਬਾਈ ਆਉਣ ਨੂੰ ਪੱਕਾ ਤਿਆਰ ਸੀ, ਜੇ ਤੁਸੀਂ ਕਹਿੰਦੇ ਤਾਂ ਆਉਣੀ ਕੋਈ ਨੂੰ ਹੁਣ ਆਪਾਂ ਅੰਦੋਲਨ 'ਚ ਪੰਜਾਬ ਵਾਲਿਆਂ ਨੂੰ ਲੈ ਕੇ ਆਉਣਾ। ਇੱਕ ਬਾਈ ਹੋਰ ਸਵਾਲ ਆ ਵੀ ਤੁਹਾਡੇ ਤੇ ਲੱਖ ਰੁਪਇਆ ਨਾਮ ਸੀਗਾ ਤੇ ਉਹਦੇ 'ਚ ਐ ਬਾਹਰ ਕਿਵੇਂ ਜ਼ਮਾਨਤ ਹੋ ਗਈ, ਇਹਦਾ ਵੀ ਜਵਾਬ। ਚਲੋ ਇਹ ਗੱਲ, ਪਹਿਲੀ ਗੱਲ ਤਾਂ ਪ੍ਰਮਾਤਮਾ ਦੀ ਬਖਸ਼ਿਸ਼ ਆ। ਦੂਜੀ ਗੱਲ ਜਿਹੜੀ ਮੈਂ ਚਲੋ ਕਾਨੂੰਨੀ ਨੁਕਤੇ ਤੋਂ ਵੀ ਦੱਸ ਦਿੰਦਾ ਕਿ ਲੱਖ ਰੁਪਇਆ ਠੀਕ ਆ, ਨਾਮ ਮੇਰੇ ਤੇ ਸੀਗਾ, ਮੈਂ ਅੱਜ ਵੀ ਜੋ ਸੱਚਾਈ ਉੱਥੇ ਬਿਆਨ ਕਰਕੇ ਆਇਆ। ਠੀਕ ਆ, ਪੁਲਿਸ ਨੇ ਜੋ ਮਰਜ਼ੀ ਕਹਾਣੀ ਮੜਤੀ ਸੀਗੀ, ਪਰ ਅਦਾਲਤ ਨੂੰ ਤਾਂ ਪਤਾ ਸੀ ਨਾ ਸੱਚਾਈ ਹੈ ਕੀ ਆ, ਮੇਰਾ ਕਸੂਰ ਕਿੰਨਾ ਸੀ ਉਸ ਮਸਲੇ ਦੇ ਵਿੱਚ। ਸੋ ਇਸ ਕਰਕੇ ਜਿਹੜੀ ਉਹ ਜ਼ਮਾਨਤ ਆ ਤਾਂ ਹੀ ਮੈਨੂੰ ਮਿਲੀ ਆ ਕਿ ਪੁਲਿਸ ਕੋਲੇ ਕੋਈ ਮੇਰੇ ਖਿਲਾਫ ਪੁਖਤਾ ਸਬੂਤ ਹੀ ਹੈ ਨਹੀਂ ਸੀ ਜਿਹਦੇ ਆਧਾਰ ਤੇ ਮੈਨੂੰ ਦੋਸ਼ੀ ਬਣਾ ਸਕਦੇ ਸੀ। ਸੋ ਇਸ ਕਰਕੇ ਵੀ ਇਹ ਜਿਹੜੀ ਗੱਲ ਹੈ ਵੀ ਮੇਰੀ ਜ਼ਮਾਨਤ ਹੋਣ ਦਾ ਵੱਡਾ ਕਾਰਨ ਇਹ ਵੀ ਹੈ। ਤੇ ਬਾਈ ਜੀ ਪੁੱਛ ਗਏ ਸੀ ਕੀ ਹੋਈ ਆ ਫਿਰ ਅੱਜ? ਪੁੱਛ ਕੇ ਜਿਹੜੀਆਂ ਗੱਲਾਂ ਬਾਤਾਂ ਸੀਗੀਆਂ ਸਾਰੀਆਂ ਉਹਨਾਂ ਨੇ ਪੁੱਛੀਆਂ। 25 ਨੂੰ ਕਿੱਥੇ ਸਟੇਜ ਤੇ ਜਿਹੜੇ ਕੀ ਬੋਲੇ, 26 ਨੂੰ ਕਿੱਥੋਂ ਆਏ, ਕਿੱਥੇ ਗਏ, ਉਹ ਸਾਰਾ ਕੁਝ ਉਹਨਾਂ ਨੇ ਬਰੀਕੀ ਨਾਲ ਪੁੱਛਿਆ। ਮੈਂ ਦੱਸਦਾ ਜਾ। ਅੰਦੋਲਨ ਦੀ ਅਗਲੀ ਰਣਨੀਤੀ ਕੀ ਹੋ ਬਈ? ਹੁਣ ਬਾਈ ਜੁੜਾਂਗੇ ਅੰਦੋਲਨ ਨਾਲ ਭਾਨੇ। ਅੱਛਾ, ਆਪਾਂ ਹੁਣ ਅੰਦੋਲਨ 'ਚ ਹੀ ਆਉਣਾ ਹਨ। ਹਾਂਜੀ ਹਾਂਜੀ। ਹੁਣ ਆਪਾਂ ਅੱਗੇ ਦਾ ਲੋਕ ਛਿਪ ਕੇ ਰਾਤ ਨੂੰ ਆਉਂਦੇ ਸੀ, ਹਾਂ ਹੁਣ ਆਵਾਂਗੇ ਸ਼ਰੇਆਮ ਬਾਈ ਪੰਜਾਬ ਦੇ ਲੋਕਾਂ ਨੂੰ ਇਕੱਠੇ ਕਰਕੇ, ਹਰਿਆਣੇ ਵਾਲਿਆਂ ਨੂੰ ਇਕੱਠੇ ਕਰਕੇ, ਆ ਦਿੱਲੀ ਵਾਲੇ ਵੀ ਖੜੇ, ਇਹਨਾਂ ਨੂੰ ਵੀ ਕਹਾਂਗੇ ਭਾਈ ਸਾਰੇ ਇਕੱਠੇ ਹੋ ਕੇ ਆਪਾਂ ਅੰਦੋਲਨ ਹਾਂ ਜਿੱਤ ਵਾਲਾ ਇਨਸਾਨ ਹੋ। ਹਾਂਜੀ ਹੋਰ ਬਾਈ ਕੋਈ ਸਵਾਲ? ਕਰਦੇ ਰੱਖਦੇ ਬਈ। ਚਲੋ ਮੈਂ ਤੇ ਹੁਣ ਸਵਾਲ ਤੇ ਕੀ ਆ, ਮੈਂ ਫੇਰ ਤੋਂ ਆਪਣੇ ਸਾਰੇ ਦੇਖੋ, ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ, ਸਾਰਾ ਰਵੀਰ ਸਿੰਘ ਜੀ ਸਾਡੇ ਜਨਰਲ ਸਕੱਤਰ ਖੜੇ ਨੇ, ਬੱਬਰ ਸਾਹਿਬ ਸਾਡੇ ਵੁੱਡ ਵੀ ਮੈਂਬਰ ਇਨ ਵੇਟਿੰਗ ਨੇ, ਸਰ ਵਿੱਕੀ ਮਾਨ ਜੀ, ਮੈਂ ਤੁਹਾਨੂੰ ਤਾਂ ਇਹ ਨਾਮ ਗਿਣਾ ਰਿਹਾ, ਵਿਰਕ ਸਾਹਿਬ, ਇਹ ਸਾਰੇ ਸਾਡੇ ਕਿਸਾਨ ਸੰਘਰਸ਼ ਨੂੰ ਚੱਲ ਰਿਹਾ ਸੀ ਨਾ, ਰਾਤ ਨੂੰ ਅਸੀਂ ਇਹਨਾਂ ਨੂੰ ਬੁਲਾ ਲੈਣਾ, ਜਦੋਂ ਜਿੰਨੇ ਵਜੇ ਕਹਿਣਾ ਉਨੇ ਵਜੇ ਤੁਰ ਪੋ ਗੱਡੀਆਂ ਤੁਹਾਡੇ ਵਰਗੇ ਜੋ ਤੁਹਾਡੇ ਨਾਲ ਸਾਰੇ ਤੁਹਾਡੇ ਪਿਆਰ ਵਾਲੇ ਤੁਰੇ ਫਿਰਦੇ ਆ। ਸੋ ਸਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਬੜਾ ਯੋਗਦਾਨ ਪਾਇਆ ਹੈ। ਸੋ ਮੈਂ ਤੇ ਫਿਰ ਤੁਹਾਨੂੰ ਕਹੂੰਗਾ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ। ਬਸ ਇੱਕ ਗੱਲ ਜ਼ਿੰਦਗੀ 'ਚ ਯਾਦ ਰੱਖੀਏ, ਜੋ ਕੁਛ ਹੈਗਾ ਇਸ ਮਾਲਕ ਦਾ ਦਿੱਤਾ ਹੈ, ਜਿਹੜਾ ਸਮਰਪਿਤ ਇਸ ਮਾਲਕ ਦੇ ਚਰਨਾਂ 'ਚ ਆ, ਫਿਰ ਉਹਦੇ ਕੋਲ ਬਣਿਆ ਵੀ ਰਹਿੰਦਾ। ਜਦੋਂ ਡੋਰ ਲੰਬੀ ਹੋ ਜੇ ਤੇ ਫਿਰ ਮਾਲਕ ਦਾ ਨਾਮ ਵੀ ਉਨਾ ਹੀ ਜਪਣਾ ਚਾਹੀਦਾ, ਤੇ ਉਨਾ ਹੀ ਉਸ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ। ਸੋ ਪ੍ਰਮਾਤਮਾ ਤੁਹਾਨੂੰ ਹੋਰ ਲੰਬੀਆਂ ਉਮਰਾਂ ਦੇਵੇ, ਹੋਰ ਮਹਾਰਾਜ ਬਖਸ਼ਿਸ਼ਾਂ ਕਰੇ, ਕਾਰਜ ਕਰਨ ਦੀਆਂ ਚੜ੍ਹਦੀ ਕਲਾ 'ਚ ਰਹੋ। ਸਾਡੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਦੁਬਾਰਾ ਫੇਰ ਇੱਕ ਵਾਰੀ ਸਾਰੇ ਭਰਾਵਾਂ ਦਾ, ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿਰਸਾ ਸਾਹਿਬ ਦਾ, ਪੰਜਾਬ ਦੀਆਂ ਮਾਵਾਂ ਭੈਣਾਂ, ਨੌਜਵਾਨਾਂ ਦਾ, ਬਜ਼ੁਰਗਾਂ ਦਾ, ਕਿ ਤੁਹਾਡੇ ਅਸ਼ੀਰਵਾਦ ਸਦਕਾ ਹੁਣ ਮੈਂ ਖੁੱਲ੍ਹ ਕੇ ਤੁਹਾਡੇ 'ਚ ਆਉਂਗਾ। ਅੱਗੇ ਆਪਾਂ
ਚੋਰੀ ਛੁਪੇ ਕਦੇ ਆਉਂਦੇ ਸੀ, ਕਦੇ ਪਿੰਡ 'ਚ ਵੜ ਜਾਂਦੇ ਸੀ, ਪੁਲਿਸ ਘੇਰ ਲੈਂਦੀ ਸੀ। ਪਰ ਹੁਣ ਆਪਾਂ ਖੁੱਲ੍ਹ ਕੇ ਤੁਰਾਂਗੇ। ਤੁਹਾਨੂੰ ਇਹ ਅਖੀਰ ਤੇ ਬੇਨਤੀ ਕਰਦਾ ਕਿ ਬਾਈ ਹੁਣ ਡਟ ਜੋ, ਅੰਦੋਲਨ ਨਾਲ ਜੁੜ ਜਾਓ। ਅੰਦੋਲਨ ਜਿੱਤੇ ਬਿਨਾਂ ਅਸੀਂ ਕਿਸੇ ਵੀ ਰੂਪ ਦੇ ਵਿੱਚ, ਕਿਸੇ ਵੀ ਹਾਲਤ ਦੇ ਵਿੱਚ ਵਾਪਸ ਪੰਜਾਬ ਹਰਿਆਣੇ ਨੂੰ ਨਹੀਂ ਵਾਪਸ ਮੁੜਾਂਗੇ। ਜਿੱਤ ਕੇ ਹੀ ਮੁੜਨਾ ਹੈ। ਜਿੱਤ ਤੁਹਾਡੇ ਇਕੱਠ ਨੇ, ਤੁਹਾਡੇ ਏਕੇ ਨੇ, ਤੁਹਾਡੀ ਸ਼ਮੂਲੀਅਤ ਨੇ, ਤੁਹਾਡੀ ਗਿਣਤੀ ਨੇ ਜਿੱਤ ਕਰਾਉਣੀ ਹੈ। ਸੋ ਆ ਜਾਓ, ਵੱਧ ਤੋਂ ਵੱਧ ਆਪਾਂ ਅੰਦੋਲਨ ਨਾਲ ਜੁੜ ਕੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।